ਮਸੀਹ ਵਿੱਚ ਸਾਰੇ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਔਰ ਸਮਰਥੀ ਨਾਮ ਦੇ ਵਿੱਚ ਜੈ ਮਸੀਹ ਦੀ। ਪਰਮੇਸ਼ਵਰ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਸ ਪਰਮੇਸ਼ਵਰ ਨੇ ਇਹ ਸਮਾਂ ਸਾਡੇ ਜੀਵਨ ਦੇ ਵਿੱਚ ਬਖਸ਼ਿਆ ਹੈ ਔਰ ਪ੍ਰਭੂ ਦੀ ਮਹਾਨ ਕਿਰਪਾ ਦੇ ਦੁਆਰਾ ਇਹ ਜੋ ਸਮਾਂ ਖੁਦਾ ਨੇ ਸਾਡੇ ਜੀਵਨ 'ਚ ਦਿੱਤਾ, ਇਹਦੇ ਲਈ ਅਸੀਂ ਖੁਦਾ ਦਾ ਬਹੁਤ ਧੰਨਵਾਦ ਕਰਦੇ ਹਾਂ। ਇਹ ਪ੍ਰਭੂ ਦੀ ਮਹਾਨ ਕਿਰਪਾ ਹੈ, ਪ੍ਰਭੂ ਦਾ ਮਹਾਨ ਫਜ਼ਲ ਹੈ, ਉਹਦੀ ਕਿਰਪਾ ਦੇ ਦੁਆਰਾ, ਕਿਉਂਕਿ ਲਿਖਿਆ ਵਾ ਇਹ ਪਰਮੇਸ਼ਵਰ ਦੀ ਕਿਰਪਾ ਹੈ ਕਿ ਤੁਸੀਂ ਨਾਸ ਨਹੀਂ ਹੋਏ ਔਰ ਖੁਦਾ ਨੇ ਸਾਨੂੰ ਇਸ ਭਿਆਨਕ ਦਿਨਾਂ ਦੇ ਵਿੱਚ ਪ੍ਰਭੂ ਨੇ ਸਾਡੀ ਅਗਵਾਈ ਕੀਤੀ ਔਰ ਤੰਦਰੁਸਤੀ ਦਿੱਤੀ ਔਰ ਸਹੀ ਸਲਾਮਤ ਜਿਉਂਦੇ ਰੱਖਿਆ। ਇਹਦੇ ਲਈ ਅਸੀਂ ਖੁਦਾ ਦਾ ਬਹੁਤ ਧੰਨਵਾਦ ਕਰਦੇ ਹਾਂ। ਤੋ ਅੱਜ ਇੱਕ ਵਾਰ ਫਿਰ ਪਰਮੇਸ਼ਰ ਦਾ ਪਾਕ ਕਲਾਮ ਪ੍ਰਭੂ ਦਾ ਵਚਨ ਲੈ ਕੇ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਹਾਜ਼ਰ ਹਾਂ ਔਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਜੋ ਵੀ ਅੱਜ ਦਾ ਪਾਕ ਕਲਾਮ ਹੋਵੇ ਤੁਹਾਡੇ ਸਾਰਿਆਂ ਦੇ ਲਈ ਉਨ੍ਹਾਂ ਦੀ ਬਿਹਤਰੀ ਔਰ ਤਰੱਕੀ ਦਾ ਕਾਰਨ ਹੋਵੇ ਤੇ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਇਹਨਾਂ ਵਚਨਾਂ ਦੁਆਰਾ ਬਰਕਤ ਦੇਵੇ। ਅੱਜ ਦੇ ਪਾਕ ਕਲਾਮ ਦੇ ਵਿੱਚੋਂ ਅਸੀਂ ਕੁਝ ਵਚਨ ਪੜਾਂਗੇ। ਹਿਜ਼ਕੀਏਲ ਦੀ ਕਿਤਾਬ ਉਹਦਾ 18 ਅਧਿਆਇ ਆਪ ਉਹਦੀ 4 ਐਤ ਨੂੰ ਅਸੀਂ ਪੜਾਂਗੇ। ਅੱਜ ਵਚਨਾਂ ਦਾ ਖਾਸ ਵਿਸ਼ਾ ਇਹ ਹੈ ਕਿ ਜਿਹੜੀ ਜਾਨ ਪਾਪ ਕਰਦੀ ਹੈ ਉਹ ਮਰੇਗੀ। ਜਿਹੜੀ ਜਾਨ ਪਾਪ ਕਰਦੀ ਹੈ ਉਹ ਮਰੇਗੀ। ਤੋ ਵਚਨਾਂ 'ਚ ਪੜੀ ਖੁਦਾ ਦੇ ਪਾਕ ਕਲਾਮ ਵਿੱਚੋਂ ਵੇਖੋ ਸਾਰੀਆਂ ਜਾਨਾਂ ਮੇਰੀਆਂ ਹਨ। ਲਿਖਿਆ ਹੈ ਕਿ ਵੇਖੋ ਸਾਰੀਆਂ ਜਾਨਾਂ ਮੇਰੀਆਂ ਹਨ। ਜਿਹੀ ਪਿਓ ਦੀ ਜਾਨ, ਜਹੀ ਪਿਓ ਦੀ ਜਾਨ, ਤੇਹੀ ਹੀ ਪੁੱਤਰ ਦੀ ਜਾਨ ਵੀ ਮੇਰੀ ਹੈ। ਔਰ ਪੁੱਤਰ ਦੀ ਜਾਨ ਵੀ ਮੇਰੀ ਹੈ। ਜਿਹੜੀ ਜਾਨ ਪਾਪ ਕਰਦੀ ਹੈ ਜਿਹੜੀ ਜਾਨ ਪਾਪ ਕਰਦੀ ਹੈ ਉਹੀ ਮਰੇਗੀ। ਉਹੀ ਮਰੇਗੀ। ਪ੍ਰਭੂ ਜੀ ਕਹਿ ਰਹੇ ਨੇ ਕਿ ਵੇਖੋ ਸਾਰੀਆਂ ਜਾਨਾਂ ਮੇਰੀਆਂ ਹਨ। ਸਾਰੀਆਂ ਜਾਨਾਂ ਮੇਰੀਆਂ ਹਨ। ਪਰਮੇਸ਼ਵਰ ਹਰ ਇੱਕ ਨੂੰ ਪਿਆਰ ਕਰਦਾ ਹੈ। ਉਹ ਕਿਸੇ ਦਾ ਵੀ ਨਾਸ ਨਹੀਂ ਚਾਹੁੰਦਾ। ਉਹ ਹਰ ਇੱਕ ਨੂੰ ਪਿਆਰ ਕਰਦਾ ਹੈ ਤੇ ਹਰ ਇੱਕ ਨੂੰ ਬਚਾਉਣਾ ਚਾਹੁੰਦਾ ਹੈ। ਪਰ ਬਚੇਗਾ ਉਹੀ ਜਿਹੜਾ ਪਾਪ ਨਹੀਂ ਕਰਦਾ, ਕਿਉਂਕਿ ਜੇ ਅਸੀਂ ਪਾਪ ਕਰਾਂਗੇ ਜਾਂ ਪਾਪ ਕਰਨ ਵਿੱਚ ਲੱਗੇ ਰਵਾਂਗੇ ਤਾਂ ਅਸੀਂ ਕਦੀ ਵੀ ਬਚ ਨਹੀਂ ਸਕਦੇ। ਤੋ ਜਿੰਨਾ ਚਿਰ ਸਾਡੇ ਪਾਪ ਮਾਫ ਨਹੀਂ ਹੋ ਜਾਂਦੇ ਉਹਨਾਂ ਚਿਰ ਇਹ ਮੌਤ ਜਿਹੜੀ ਹੈ ਉਹ ਸਾਡੇ ਉੱਤੇ ਰਾਜ ਕਰੇਗੀ। ਤੋ ਇਸ ਕਰਕੇ ਲਿਖਿਆ ਵਾ ਕਿ ਵੇਖੋ ਸਾਰੀਆਂ ਜਾਨਾਂ ਮੇਰੀਆਂ ਹਨ। ਜਿਹੀ ਪਿਓ ਦੀ ਜਾਨ ਵੈਸੇ ਹੀ ਪੁੱਤਰ ਦੀ ਜਾਨ ਵੀ ਮੇਰੀ ਹੈ ਔਰ ਜਿਹੜੀ ਜਾਨ ਪਾਪ ਕਰਦੀ ਹੈ ਉਹ ਮਰੇਗੀ। ਕਿਉਂਕਿ ਇਹਦਾ ਮਤਲਬ ਇਹ ਹੈ ਕਿ ਜਦੋਂ ਅਸੀਂ 18 ਅਧਿਆਇ ਹਿਜ਼ਕੀਏਲ 18 ਉਹਦੀ 1, 2 ਅਤੇ 3 ਐਤ ਨੂੰ ਪੜ੍ਹਦੇ ਹਾਂ ਤਾਂ ਇਹਨਾਂ ਵਚਨਾਂ 'ਚ ਲਿਖਿਆ ਵਾ ਕਿ ਯਹੋਵਾ ਦਾ ਵਚਨ ਮੇਰੇ ਕੋਲ ਆਇਆ ਕਿ ਤੁਸੀਂ ਇਸਰਾਇਲ ਦੀ ਭੂਮੀ ਦੇ ਵਿਰੁੱਧ ਕਿਉਂ ਇਹ ਅਖੌਤ ਆਖਦੇ ਹੋ ਕਿ ਪੀਵਾਂ ਨੇ ਖੱਟੇ ਅੰਗੂਰ ਖਾਦੇ ਤੇ ਬੱਚਿਆਂ ਦੇ ਦੰਦ ਜਿਹੜੇ ਆ ਉਹ ਦੁਖਣ ਲੱਗ ਪਏ। ਪ੍ਰਭੂ ਯਹੋਵਾ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਤੁਸੀਂ ਫਿਰ ਇਸਰਾਇਲ ਵਿੱਚ ਇਹ ਅਖੌਤ ਨਹੀਂ ਆਖੋਗੇ, ਕਿਉਂਕਿ ਵੇਖੋ ਸਾਰੀਆਂ ਜਾਨਾਂ ਮੇਰੀਆਂ ਹਨ। ਤੋ ਇਹਦਾ ਮਤਲਬ ਕਿ ਜਿਵੇਂ ਪਿਓਾਂ ਨੇ ਪਾਪ ਕੀਤਾ ਤੇ ਉਹਨਾਂ ਦੇ ਪਾਪ ਦੀ ਸਜ਼ਾ ਉਹਨਾਂ ਦੇ ਬੱਚਿਆਂ ਨੂੰ ਕਿਉਂ ਮਿਲੇਗੀ? ਕਿਉਂਕਿ ਅੰਗੂਰ ਜਿਹੜੇ ਹਨ
ਉਹ ਪਿਓਾਂ ਨੇ ਖਾਦੇ ਤੇ ਦੰਦ ਬੱਚਿਆਂ ਦੇ ਕਿਉਂ ਦੁਖਣ? ਜੇ ਪਿਓਾਂ ਨੇ ਅੰਗੂਰ ਖਾਦੇ ਨੇ ਤੇ ਦੰਦ ਵੀ ਉਹਨਾਂ ਦੇ ਹੀ ਦੁਖਣੇ ਚਾਹੀਦੇ ਨੇ, ਔਰ ਉਹਨਾਂ ਦੇ ਪਾਪ ਦੀ ਸਜ਼ਾ ਉਹਨਾਂ ਦੇ ਬੱਚਿਆਂ ਨੂੰ ਨਹੀਂ ਮਿਲਣੀ ਚਾਹੀਦੀ, ਕਿਉਂਕਿ ਇਹੀ ਪਰਮੇਸ਼ਵਰ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ, ਸਮਝਾਉਣਾ ਚਾਹੁੰਦੇ ਨੇ, ਕਿਉਂਕਿ ਲਿਖਿਆ ਜਿਹੜੀ ਜਾਨ ਪਾਪ ਕਰਦੀ ਹੈ ਉਹੀ ਮਰੇਗੀ। ਔਰ ਪਿਓ ਦੀ ਜਗ੍ਹਾ ਪੁੱਤਰ ਨਹੀਂ, ਨਾ ਪੁੱਤਰ ਦੀ ਜਗ੍ਹਾ ਪਿਓ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਸ ਕਰਕੇ ਸਾਨੂੰ ਇਹਨਾਂ ਵਚਨਾਂ ਨੂੰ ਸਮਝਣ ਦੀ ਜ਼ਰੂਰਤ ਹੈ। ਜਦੋਂ ਅਸੀਂ 18 ਉਹਦੀ 20 ਐਤ ਨੂੰ ਪੜ੍ਹਦੇ ਹਾਂ ਤਾਂ ਉਸ ਜਗ੍ਹਾ ਤੇ ਵੀ ਲਿਖਿਆ ਵਾ ਜਿਹੜੀ ਜਾਨ ਪਾਪ ਕਰਦੀ ਹੈ ਉਹੀ ਮਰੇਗੀ। ਪੁੱਤਰ ਪਿਓ ਦੀ ਬਦੀ ਨਾ ਚੁੱਕੇਗਾ, ਨਾ ਪਿਓ ਪੁੱਤਰ ਦੀ ਬਦੀ ਚੁੱਕੇਗਾ। ਧਰਮੀ ਦਾ ਧਰਮ ਉਹਦੇ ਲਈ ਹੋਵੇਗਾ ਅਤੇ ਦੁਸ਼ਟੀ ਦਾ ਦੁਸ਼ਟ ਉਹਦੇ ਉੱਤੇ। ਜਿਹੜਾ ਧਰਮ ਕਰਦਾ ਹੈ ਉਹਨੂੰ ਹੀ ਫਲ ਮਿਲੇਗਾ, ਤੇ ਜਿਹੜਾ ਦੁਸ਼ਟਾਈ ਕਰਦਾ ਵਾ ਉਹਦੀ ਸਜ਼ਾ ਉਹਨੂੰ ਹੀ ਮਿਲੇਗੀ। ਇਸ ਕਰਕੇ ਪਿਓ ਆਪਣੇ ਪੁੱਤਰ ਦੀ ਜਗ੍ਹਾ ਜਾਂ ਪੁੱਤਰ ਆਪਣੇ ਪਿਓ ਦੀ ਜਗ੍ਹਾ ਨਹੀਂ ਜਾ ਸਕਦਾ। ਇਸ ਕਰਕੇ ਇਹਨਾਂ ਵਚਨਾਂ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈ। ਅਸੀਂ ਹੋਰ ਖੁਦਾ ਦੇ ਪਾਕ ਕਲਾਮ ਦੇ ਵਿੱਚੋਂ ਦੂਸਰਾ ਰਾਜਾ 14 ਅਧਿਆਏ ਔਰ ਉਹਦੀ 6 ਐਤ ਨੂੰ ਵੀ ਅਸੀਂ ਪੜਾਂਗੇ। ਦੂਸਰਾ ਰਾਜਾ 14 ਅਧਿਆਏ ਔਰ ਉਹਦੀ 6 ਐਤ ਨੂੰ ਅਸੀਂ ਪੜਾਂਗੇ ਖੁਦਾ ਦੇ ਪਾਕ ਕਲਾਮ ਦੇ ਵਿੱਚੋਂ। ਪਰ ਉਹਦੇ ਮਰਨ ਵਾਲਿਆਂ ਦੇ ਪੁੱਤਰਾਂ ਨੂੰ ਉਹਨੇ ਨਾ ਮਾਰਿਆ ਜੋ ਮੂਸਾ ਦੀ ਵਿਵਸਥਾ ਦੀ ਪੋਥੀ ਵਿੱਚ, ਕਿਉਂਕਿ ਮੂਸਾ ਦੀ ਜਿਹੜੀ ਵਿਵਸਥਾ ਹੈ ਉਹਦੀ ਪੋਥੀ ਦੇ ਵਿੱਚ ਜਿਵੇਂ ਯਹੋਵਾ ਨੇ ਹੁਕਮ ਦਿੱਤਾ ਹੈ ਅਜਿਹਾ ਲਿਖਿਆ ਹੈ। ਔਰ ਉਸ ਜਗ੍ਹਾ ਉੱਤੇ ਇਸ ਤਰ੍ਹਾਂ ਲਿਖਿਆ ਹੈ ਕਿ ਹੇ ਮੇਰੇ ਪੁੱਤਰ ਦੇ ਬਦਲੇ ਪਿਤਾ ਨਾ ਮਾਰੇ ਜਾਣ, ਔਰ ਪੁੱਤਰਾਂ ਦੇ ਬਦਲੇ ਪੁੱਤਰ ਨਾ ਮਾਰੇ ਜਾਣ, ਅਤੇ ਨਾ ਪਿਤਾ ਦੇ ਬਦਲੇ ਪੁੱਤਰ ਮਾਰੇ ਜਾਣ, ਔਰ ਨਾ ਪਿਤਾ ਦੇ ਬਦਲੇ ਪੁੱਤਰ ਮਾਰੇ ਜਾਣ। ਪਰ ਹਰੇਕ ਮਨੁੱਖ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ। ਜਦੋਂ ਅਸੀਂ ਦੂਸਰਾ ਰਾਜਾ 14 ਅਧਿਆਏ 1 ਤੋਂ ਲੈ ਕੇ ਕੁਝ ਵਚਨ ਅਸੀਂ ਪੜ੍ਹਦੇ ਹਾਂ ਤਾਂ ਇਹਨਾਂ ਵਚਨਾਂ 'ਚ ਲਿਖਿਆ ਵਾ ਕਿ ਇਸਰਾਇਲ ਦੇ ਪਾਤਸ਼ਾਹ ਦੇ ਮਗਰੋਂ ਉਹਦਾ ਪੁੱਤਰ ਅਮਸ਼ਯਾ ਰਾਜ ਕਰਨ ਲੱਗਾ। ਜਦੋਂ ਉਹ ਰਾਜ ਕਰਨ ਲੱਗਾ ਤਾਂ ਉਹਦੀ ਉਮਰ 25 ਵਰ੍ਹਿਆਂ ਦੀ ਸੀ, ਔਰ ਉਸਨੇ ਯਰੂਸ਼ਲਮ ਦੇ ਵਿੱਚ 29 ਵਰ੍ਹੇ ਰਾਜ ਕੀਤਾ। 29 ਸਾਲ ਉਹਨੇ ਰਾਜ ਕੀਤਾ। ਤੇ ਜਦੋਂ ਉਹਦਾ ਰਾਜ ਸਥਾਪਿਤ ਹੋ ਗਿਆ, ਜਦੋਂ ਉਹਦੇ ਹੱਥ ਮਜ਼ਬੂਤ ਹੋ ਗਏ, ਜਦੋਂ ਉਹਨੇ ਸਹੀ ਤਰੀਕੇ ਨਾਲ ਰਾਜ ਕਰਨਾ ਸ਼ੁਰੂ ਕੀਤਾ ਤਾਂ ਉਸਨੇ ਅਮਸਯਾ ਜਿਹੜਾ ਸੀਗਾ ਉਹਨੇ ਆਪਣੇ ਜੋ ਜਿਨ੍ਹਾਂ ਨੇ ਉਹਦੇ ਪਿਓ ਨੂੰ ਮਾਰਿਆ ਸੀ ਉਹਨੇ ਉਹਨਾਂ ਸਾਰਿਆਂ ਨੂੰ ਮਾਰ ਮੁਕਾਇਆ। ਪਰ ਪਾਤਸ਼ਾਹ ਨੇ ਉਹਨਾਂ ਨੂੰ ਨਹੀਂ ਮਾਰਿਆ, ਜਿਹੜੇ ਉਹਨਾਂ ਦੇ ਬੱਚੇ ਸਨ ਉਹਨਾਂ ਨੂੰ ਉਹਨੇ ਨਹੀਂ ਮਾਰਿਆ, ਪਰ ਉਹਨੇ ਉਹਨਾਂ ਨੂੰ ਹੀ ਮਾਰਿਆ ਜਿਨ੍ਹਾਂ ਨੇ ਉਹਦੇ ਪਿਓ ਨੂੰ ਮਾਰਿਆ ਸੀ। ਇਸੇ ਕਰਕੇ ਉਹਨੇ ਕਿਉਂ ਨਹੀਂ ਉਹਨਾਂ ਦੇ ਪੁੱਤਰਾਂ ਨੂੰ, ਬੱਚਿਆਂ ਨੂੰ ਕਿਉਂ ਨਹੀਂ ਮਾਰਿਆ? ਕਿਉਂਕਿ ਉਹਨਾਂ ਨੇ, ਉਸ ਪਾਤਸ਼ਾਹ ਨੇ, ਉਸ ਰਾਜੇ ਨੇ, ਅਮਸਯਾ ਨੇ ਉਹਨਾਂ ਵਚਨਾਂ ਦੇ ਮੁਤਾਬਕ ਜੋ ਮੂਸਾ ਦੀ ਵਿਵਸਥਾ ਲਿਖੇ ਹੋਏ ਸਨ ਉਹਨਾਂ ਵਚਨਾਂ ਨੂੰ ਪੂਰਾ ਕੀਤਾ। ਉਹਨਾਂ ਵਚਨਾਂ ਨੂੰ ਸਮਝਦੇ ਹੋਏ ਕੀਤਾ ਵੀ ਪੁੱਤਰਾਂ ਦੇ ਬਦਲੇ ਪਿਓ ਨਾ ਮਾਰੇ ਜਾਣ, ਔਰ ਨਾ ਪਿਓਾਂ ਦੇ ਬਦਲੇ ਪੁੱਤਰ ਮਾਰੇ ਜਾਣ, ਪਰ ਹਰ ਆਦਮੀ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ।
ਹਰ ਇਨਸਾਨ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ। ਇਸ ਜਗ੍ਹਾ ਤੇ ਉਹ ਲੋਕਾਂ ਨੂੰ ਪਾਤਸ਼ਾਹ ਨੇ ਮਾਰਿਆ, ਰਾਜੇ ਨੇ, ਜਿਨ੍ਹਾਂ ਨੇ ਉਹਦੇ ਪਿਓ ਨੂੰ ਮਾਰਿਆ ਸੀ। ਤਾਂ ਉਹਨਾਂ ਨੂੰ ਨਹੀਂ ਮਾਰਿਆ ਜਿਹੜੇ ਉਹਨਾਂ ਦੇ ਬੱਚੇ ਸਨ। ਇਸ ਕਰਕੇ ਜਦੋਂ ਅਸੀਂ ਕਹੋਗਾ ਦੀ ਕਿਤਾਬ ਉਹਦਾ 13 ਅਧਿਆਇ ਉਹਦੀ 21 ਐਤ ਨੂੰ ਅਸੀਂ ਪੜ੍ਹਦੇ ਹਾਂ ਤਾਂ ਇਹਨਾਂ ਵਚਨਾਂ ਵਿੱਚ ਲਿਖਿਆ ਵਾ ਕਿ ਜਿਹੜੀ ਬਿਰਤਾ ਹੈ ਉਹ ਪਾਪੀਆਂ ਦੇ ਪਿੱਛੇ ਪੈਂਦੀ ਹੈ। ਜਿਹੜੀ ਬਿਰਤਾ ਹੈ ਉਹ ਪਾਪੀਆਂ ਦੇ ਪਿੱਛੇ ਪੈਂਦੀ ਹੈ ਤੇ ਜਿਹੜਾ ਧਰਮੀ ਹੈ ਉਹਨੂੰ ਚੰਗਾ ਫਲ ਮਿਲੇਗਾ। ਬਿਰਤਾ ਪਾਪੀਆਂ ਦੇ ਪਿੱਛੇ ਪੈਂਦੀ ਹੈ ਤੇ ਜਿਹੜੇ ਧਰਮੀ ਹੈ ਉਹਨਾਂ ਨੂੰ ਫਲ ਮਿਲੇਗਾ। ਤੋ ਬਿਰਤਾ ਉਹਨਾਂ ਦੇ ਲਈ ਹੈ ਜਿਹੜੇ ਪਾਪੀ ਹਨ, ਜਿਹੜੇ ਗੁਨਾਹਗਾਰ ਨੇ, ਔਰ ਜਿਹੜੇ ਧਰਮੀ ਹਨ ਉਹਨਾਂ ਉਤੇ ਪ੍ਰਭੂ ਦੀ ਆਸ਼ੀਸ਼ ਹੈ, ਉਹਨਾਂ ਉਤੇ ਪ੍ਰਭੂ ਦੀ ਕਿਰਪਾ ਹੈ। ਬੋਲਾ ਹਾਲੇਲੂਇਆ। ਤੋ ਜਦੋਂ ਅਸੀਂ ਖੁਦਾ ਦੇ ਪਾਕ ਕਲਾਮ ਵਿੱਚੋਂ ਉਤਪਤੀ ਦੀ ਕਿਤਾਬ ਉਹਦਾ 18 ਅਧਿਆਇ ਉਹਦੀ 23 ਐਤ ਨੂੰ ਅਸੀਂ ਪੜ੍ਹਦੇ ਹਾਂ ਤਾਂ ਜਿਸ ਵੇਲੇ ਪਰਮੇਸ਼ਰ ਨੇ ਅਬਰਾਹਮ ਨੂੰ ਆਖਿਆ ਕਿ ਮੈਂ ਸਦੋਮ ਅਤੇ ਅਮੂਰਾ ਦੇ ਸ਼ਹਿਰ ਨੂੰ ਨਾਸ਼ ਕਰ ਦੇਵਾਂਗਾ, तो अब्राहम कहता है कि हे प्रभु, हे परमेश्वर, की तू धर्मी नूं धर्मी नाल नाश करेगा? जे उत्थे धर्मी होण तां भी तू धर्मियां नूं भी उन्हां नाल ही नाश कर देवेगा। ते प्रभु कहता जेकर उस जगह उत्ते मैनूं धर्मी मिल ਤਾਂ ਮੈਂ ਉਸ ਸ਼ਹਿਰ ਨੂੰ ਬਖਸ਼ ਦੇਵਾਂਗਾ। ਕਹਿੰਦਾ हे ਪ੍ਰਭੂ, ਜੇਕਰ ਉਸ ਸ਼ਹਿਰ ਦੇ ਵਿੱਚ 50 ਧਰਮੀ ਹੋਣ ਤਾਂ ਕੀ ਤਾਂ ਵੀ ਉਹਨਾਂ ਧਰਮੀਆਂ ਦੇ ਕਰਕੇ ਉਸ ਸ਼ਹਿਰ ਨੂੰ ਨਾ ਬਖਸ਼ੇਗਾ? ਪ੍ਰਭੂ ਜੀ ਕਹਿੰਦੇ ਨੇ ਕਿ ਜੇਕਰ ਉੱਤੇ 50 ਧਰਮੀ ਮੈਨੂੰ ਮਿਲ ਤਾਂ ਮੈਂ ਉਸ ਸ਼ਹਿਰ ਨੂੰ ਬਖਸ਼ ਦੇਵਾਂਗਾ। ਫਿਰ ਉਹ ਕਹਿੰਦਾ ਜੀ ਉੱਥੇ 45 ਹੋਣ, ਕਹਿੰਦਾ ਜੇ 45 ਹੋਣ ਤਾਂ ਵੀ ਮੈਂ ਬਖਸ਼ ਦੇਵਾਂਗਾ। ਅਬਰਾਹਮ ਪਤਾ ਹੀ 45 ਵੀ ਨਹੀਂ ਆ। ਫਿਰ ਕਹਿੰਦੇ ਜੇ 40 ਹੋਣ, ਪਰ ਉਹ ਕਹਿੰਦਾ ਜੇ 40 ਹੈ ਤੇ ਤਾਂ ਵੀ ਮੈਂ ਉਸ ਸ਼ਹਿਰ ਉੱਤੇ ਦਇਆ ਕਰ ਦੇਵਾਂਗਾ। हे ਪ੍ਰਭੂ, ਜੇ ਉੱਥੇ 30 ਹੋਣ, ਕਹਿੰਦਾ ਜੇ 30 ਹੋਣਗੇ ਤਾਂ ਵੀ ਉਸ ਸ਼ਹਿਰ ਨੂੰ ਬਖਸ਼ ਦੇਵਾਂਗਾ। ਫਿਰ ਕਹਿੰਦਾ हे ਪ੍ਰਭੂ, ਜੇ ਉੱਥੇ 20 ਹੋਣ, ਕਹਿੰਦਾ ਜੇ 20 ਹੋਣ ਤੇ ਤਾਂ ਵੀ ਮੈਂ ਉਸ ਸ਼ਹਿਰ ਨੂੰ ਬਖਸ਼ ਦੇਵਾਂਗਾ। हे ਪ੍ਰਭੂ, ਜੇ ਉੱਥੇ 10 ਧਰਮੀ ਹੋਣ ਤੇ ਜੇ 10 ਹੋਣਗੇ ਤਾਂ ਵੀ ਉਸ ਸ਼ਹਿਰ ਨੂੰ ਬਖਸ਼ ਦੇਵਾਂਗਾ। ਪਰਮੇਸ਼ਵਰ ਧਰਮੀ ਨੂੰ ਧਰਮੀ ਨਾਲ ਨਾਸ ਨਹੀਂ ਕਰਦਾ। ਪਰਮੇਸ਼ਵਰ ਧਰਮੀ ਨੂੰ ਬਚਾਉਂਦਾ ਹੈ ਤੇ ਜਿਹੜਾ ਧਰਮੀ ਹੈ ਉਹਨੂੰ ਕੀ ਕਰਦਾ ਜੀ? ਨਾਸ। ਉਹ ਸਦੋਮ ਦਾ ਸ਼ਹਿਰ ਨਾਸ ਹੋ ਗਿਆ। ਕਿਉਂ? ਕਿਉਂਕਿ ਉਸ ਸ਼ਹਿਰ ਦੇ ਵਿੱਚ 10-20 ਧਰਮੀ ਨਹੀਂ ਸੀ। ਉਸ ਸ਼ਹਿਰ ਦੇ ਵਿੱਚ 10ਵੀਂ ਧਰਮੀ ਨਹੀਂ ਸੀ। ਇਸ ਕਰਕੇ ਪਰਮੇਸ਼ਵਰ ਨੇ ਉਹਨਾਂ ਧਰਮੀਆਂ ਨੂੰ ਨਾਸ ਕਰ ਦਿੱਤਾ। ਜੇ ਉੱਥੇ ਧਰਮੀ ਹੁੰਦੇ ਤਾਂ ਪਰਮੇਸ਼ਵਰ ਨੇ ਉਸ ਸ਼ਹਿਰ ਨੂੰ ਬਖਸ਼ ਦੇਣਾ ਸੀ। ਤੇ ਨਾ ਉਹਨੇ ਧਰਮੀਆਂ ਨਾਲ ਧਰਮੀਆਂ ਨੂੰ ਨਾਸ ਕੀਤਾ, ਉਹਨੇ ਲੂਤ ਔਰ ਉਹਦੇ ਪਰਿਵਾਰ ਨੂੰ ਵੀ ਬਚਾਇਆ ਹੈ ਕਿਉਂਕਿ ਉਹ ਧਰਮੀ ਸੀ। ਫਿਰ ਉਹਦੀ ਘਰਵਾਲੀ ਜਿਹੜੀ ਹੈ ਲੂਣ ਦਾ ਖੰਭਾ ਬਣ ਗਈ ਕਿਉਂਕਿ ਉਹਦੇ ਵਿੱਚ ਉਹਦੀ ਗਲਤੀ ਸੀ। ਪਰਮੇਸ਼ਰ ਨੇ ਕਿਹਾ ਸੀ ਤੂੰ ਪਿੱਛੇ ਮੁੜ ਕੇ ਨਹੀਂ ਦੇਖਣਾ। ਉਹਨੇ ਪਿੱਛੇ ਮੁੜ ਕੇ ਦੇਖਿਆ ਤੇ ਲੂਣ ਦਾ ਖੰਭਾ ਬਣ ਗਈ। ਬਾਕੀ ਲੂਤ ਔਰ ਉਹਦੀਆਂ ਬੇਟੀਆਂ ਬਚਾਈਆਂ ਗਈਆਂ ਕਿਉਂਕਿ ਉਹ ਧਰਮੀ ਸੀ। ਇਸ ਕਰਕੇ ਪਰਮੇਸ਼ਰ ਨੇ ਲੂਤ ਨੂੰ ਉਹਨਾਂ ਲੋਕਾਂ ਨਾਲ ਨਾਸ ਨਹੀਂ ਕੀਤਾ। ਇਸ ਕਰਕੇ ਪਰਮੇਸ਼ਵਰ ਜਿਹੜੀ ਜਾਨ ਪਾਪ ਕਰਦੀ ਹੈ ਉਹੀ ਮਰੇਗੀ। ਜਿਹੜੀ ਜਾਨ ਪਾਪ ਕਰਦੀ ਹੈ ਉਹੀ ਮਰੇਗੀ। ਰੋਮੀਆਂ ਦੀ ਪੱਤਰੀ 6 ਉਹਦੀ 30 ਐਤ ਵਿੱਚ ਲਿਖਿਆ ਵਾ, ਪਾਪ ਦੀ ਮਜ਼ਦੂਰੀ ਤਾਂ ਮੌਤ ਹੈ।
ਪਾਪ ਦੀ ਮਜ਼ਦੂਰੀ ਤਾਂ ਕੀ ਹੈ? ਮੌਤ ਹੈ। ਜੇ ਅਸੀਂ ਪਾਪ ਕਰਾਂਗੇ ਤਾਂ ਉਹਦੀ ਸਜ਼ਾ ਸਾਨੂੰ ਸਾਡੇ ਲਈ ਮੌਤ ਹੈ। ਕਿਉਂਕਿ ਜਦੋਂ ਅਸੀਂ ਰੋਮੀਆਂ 6 ਉਹਦੀ 21 ਐਤ ਨੂੰ ਅਸੀਂ ਪੜਾਂਗੇ ਖੁਦਾ ਦੇ ਪਾਕ ਕਲਾਮ ਚੋਂ, ਰੋਮੀਆਂ 6 ਉਹਦੀ 21 ਐਤ ਨੂੰ ਅਸੀਂ ਪੜਾਂਗੇ ਖੁਦਾ ਦੇ ਪਾਕ ਕਲਾਮ ਚੋਂ। ਸੋ ਉਸ ਵੇਲੇ ਤੁਹਾਨੂੰ ਉਹਨਾਂ ਗੱਲਾਂ ਤੋਂ ਕੀ ਫਲ ਮਿਲਿਆ? ਉਹਨਾਂ ਗੱਲਾਂ ਤੋਂ ਤੁਹਾਨੂੰ ਕੀ ਫਲ ਮਿਲਿਆ? ਜਿਨ੍ਹਾਂ ਕਰਕੇ ਹੁਣ ਤੁਹਾਨੂੰ ਸ਼ਰਮ ਆਉਂਦੀ ਹੈ, ਜਿਨ੍ਹਾਂ ਕਰਕੇ ਤੁਹਾਨੂੰ ਹੁਣ ਸ਼ਰਮ ਆਉਂਦੀ ਹੈ। ਕਿਉਂ ਜੋ ਉਹਨਾਂ ਦਾ ਅੰਤ ਤਾਂ ਮੌਤ ਹੈ। ਉਹਨਾਂ ਦਾ ਅੰਤ ਕੀ ਹੈ? ਬੋਲੋ, ਮੌਤ ਹੈ। ਕਈ ਵਾਰ ਅਸੀਂ ਉਹ ਪਾਪ ਕਰਦੇ ਹਾਂ, ਉਹ ਗੁਨਾਹ ਕਰਦੇ ਹਾਂ, ਤੇ ਜਦੋਂ ਅਸੀਂ ਉਹਨਾਂ ਗੱਲਾਂ ਦੇ ਬਾਰੇ ਜੋ ਅਸੀਂ ਕੀਤੀਆਂ ਹੁੰਦੀਆਂ ਨੇ, ਉਸ ਪਾਪ ਦੇ ਬਾਰੇ ਜੋ ਅਸੀਂ ਕੀਤੇ ਹੁੰਦੇ ਨੇ, ਤਾਂ ਸਾਨੂੰ ਆਪਣੇ ਆਪ ਨੂੰ ਸ਼ਰਮ ਆਉਂਦੀ ਹੈ। ਤਾਂ ਪ੍ਰਭੂ ਦੇ ਪਾਕ ਕਲਾਮ 'ਚ ਲਿਖਿਆ ਵਾ, ਹੁਣ ਤੇ ਤੁਹਾਨੂੰ ਉਹਨਾਂ ਗੱਲਾਂ ਦੇ ਬਾਰੇ ਸ਼ਰਮ ਆਉਂਦੀ ਹੈ ਜੋ ਤੁਸੀਂ ਆਪਣੇ ਜੀਵਨ ਵਿੱਚ ਪਾਪ ਕੀਤੇ ਨੇ। ਉਹ ਕੀਤੇ ਹੋਏ ਪਾਪ ਦਾ ਉੜਕ ਯਾਨੀ ਕਿ ਅਖੀਰ ਉਹਦੀ ਸਜ਼ਾ ਇਹ ਹੈ ਕਿ ਉਹ ਕੀ ਹੈ? ਬੋਲੋ, ਮੌਤ ਹੈ। ਉਹਦੀ ਸਜ਼ਾ ਕੀ ਹੈ? ਬੋਲੋ, ਮੌਤ ਹੈ। ਤੋ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਸਾਡੇ ਯਿਸੂ ਮਸੀਹ ਦੇ ਵਿੱਚ ਹਮੇਸ਼ਾ ਦਾ ਕੀ ਹੈ? ਬੋਲੋ, ਜੀਵਨ ਹੈ। ਉਤਪਤੀ ਦੀ ਕਿਤਾਬ ਉਹਦਾ 2 ਅਧਿਆਇ ਉਹਦੀ 17 ਐਤ ਨੂੰ ਪੜ੍ਹਦੇ ਹਾਂ। ਉਹਨਾਂ ਵਚਨਾਂ ਵਿੱਚ ਇਸ ਤਰ੍ਹਾਂ ਲਿਖਿਆ ਹੈ, ਪੜ੍ਹੀਏ ਖੁਦਾ ਦੇ ਪਾਕ ਕਲਾਮ ਚੋਂ। ਪਰ ਭਲੇ ਬੁਰੇ ਦੇ ਗਿਆਨ ਦੇ ਰੁੱਖ ਦਾ ਫਲ, ਪਰ ਤੂੰ ਭਲੇ ਬੁਰੇ ਤੇ ਗਿਆਨ ਦਾ ਰੁੱਖ ਦੇ ਫਲ ਨਾ ਖਾਈ, ਤੂੰ ਇਸ ਫਲ ਤੋਂ ਨਾ ਖਾਵੀਂ, ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਏਗਾ, ਕਿਉਂਕਿ ਜਿਸ ਦਿਨ ਤੋਂ ਉਸ ਤੋਂ ਖਾਵੇਂਗਾ ਤੂੰ ਜ਼ਰੂਰ ਮਰੇਗਾ। तो लिखा है कि तू जरूर मरेगा। जिस दिन तू उस फल तो जो मना किया है खावेगा ते तू जरूर मरेगा। तो ਅਸੀਂ ਜਾਣਦੇ ਹਾਂ ਕਿ ਆਦਮ ਅਤੇ ਹਵਾ ਨੇ ਉਸ ਫਲ ਤੋਂ ਖਾਧਾ ਜਿਸ ਤੋਂ ਖੁਦਾ ਨੇ ਮਨਾ ਕੀਤਾ ਸੀ। तो ਇਸ ਕਰਕੇ ਮੌਤ ਜਿਹੜੀ ਹੈ ਉਹ ਸਾਰੇ ਸੰਸਾਰ ਵਿੱਚ ਫੈਲ ਚੁੱਕੀ ਹੈ। ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਸਾਡੇ ਯਿਸੂ ਮਸੀਹ ਦੇ ਵਿੱਚ ਹਮੇਸ਼ਾ ਦਾ ਜੀਵਨ ਹੈ। ਜਿਸ ਦਿਨ ਤੋਂ ਤੂੰ ਖਾਵੇਂਗਾ ਉਸ ਫਲ ਤੋਂ ਖਾਵੇਂਗਾ ਜਿਹੜਾ ਮਨਾ ਕੀਤਾ ਹੈ ਤੇ ਤੂੰ ਜ਼ਰੂਰ ਮਰੇਗਾ। तो ਉਹਨਾਂ ਨੇ ਉਹ ਫਲ ਖਾਧਾ ਤੇ ਅੱਜ ਮੌਤ ਜਿਹੜੀ ਹੈ ਉਹ ਸਾਰੇ ਸੰਸਾਰ ਵਿੱਚ ਫੈਲ ਚੁੱਕੀ ਹੈ। ਕਹਾਵਤਾਂ ਦੀ ਕਿਤਾਬ 10 ਉਹਦੀ 16 ਚ ਲਿਖਿਆ ਹੈ, ਧਰਮੀ ਦੀ ਮਿਹਨਤ ਉਹਦੇ ਲਈ ਜੀਵਨ ਆ। ਧਰਮੀ ਦੀ ਜਿਹੜੀ ਮਿਹਨਤ ਆ ਉਹਦੇ ਵਾਸਤੇ ਕੀ ਆ? ਬੋਲੋ, ਜੀਵਨ ਆ। ਤੇ ਦੁਸ਼ਟਾਂ ਦਾ ਨਫਾ ਪਾਪ ਲਈ ਹੈ। ਦੁਸ਼ਟਾਂ ਦਾ ਜਿਹੜਾ ਨਫਾ ਹੈ ਉਹ ਪਾਪ ਲਈ। ਜਿਸ ਧਰਮੀ ਜਿਹੜਾ ਮਿਹਨਤ ਕਰਦਾ ਵਾ ਉਹਦੀ ਮਿਹਨਤ ਦਾ ਫਲ ਉਹਨੂੰ ਇਹ ਮਿਲੇਗਾ ਕਿ ਉਹਨੂੰ ਹਮੇਸ਼ਾ ਦੇ ਜੀਵਨ ਮਿਲੇਗਾ। ਧਰਮੀ ਜੋ ਮਿਹਨਤ ਕਰਦਾ ਹੈ ਉਹਦਾ ਪ੍ਰਤੀ ਫਲ ਇਹ ਮਿਲੇਗਾ ਕਿ ਉਹਨੂੰ ਹਮੇਸ਼ਾ ਦਾ ਜੀਵਨ ਮਿਲੇਗਾ। ਪਰ ਜਿਹੜਾ ਦੁਸ਼ਟਾਈ ਕਰਦਾ ਹੈ, ਜੋ ਪਾਪ ਕਰਦਾ ਹੈ, ਉਹਦੀ ਸਜ਼ਾ ਇਹ ਹੈ ਕਿ ਉਹਨੂੰ ਮੌਤ ਜਾਨੀ ਕਿ ਉਹਨੂੰ ਮਰਨਾ ਪਵੇਗਾ। ਤੇ ਜਿਹੜਾ ਧਰਮੀ ਹੈ ਉਹ ਭਾਵੇਂ ਮਰ ਵੀ ਜਾਵੇ ਤਾਂ ਉਹ ਫਿਰ ਵੀ ਹਮੇਸ਼ਾ ਤੱਕ ਜਿਉਂਦਾ ਰਹੇਗਾ। ਰੋਮੀਆਂ ਦੀ ਪੱਤਰੀ 1 ਅਧਿਆਇ ਉਹਦੀ 32 ਐਤ ਨੂੰ ਅਸੀਂ ਪੜਾਂਗੇ। ਰੋਮੀਆਂ ਦੀ ਪੱਤਰੀ 1 ਅਧਿਆਇ ਔਰ ਉਹਦੀ 32 ਐਤ ਨੂੰ ਅਸੀਂ ਪੜਾਂਗੇ ਖੁਦਾ ਦੇ ਪਾਕ ਕਲਾਮ ਵਿੱਚੋਂ। ਅਤੇ ਉਹ ਪਰਮੇਸ਼ਰ ਦੀ ਵਿਧੀ ਜਾਣਦੇ ਹਨ, ਅਤੇ ਉਹ ਪਰਮੇਸ਼ਰ ਦੀ ਵਿਧੀ ਜਾਣਦੇ ਹਨ ਜੋ ਇਹੋ ਜਿਹੇ ਕੰਮ ਕਰਨ ਵਾਲੇ ਮਰਨ ਦੇ ਯੋਗ ਹਨ। ਤੋ ਲਿਖਿਆ, ਇਹੋ ਜਿਹੇ ਕੰਮ ਕਰਨ ਵਾਲੇ ਮਰਨ ਦੇ ਕੀ ਆ? ਯੋਗ ਨੇ। ਉਹ ਕੇਵਲ ਆਪ ਹੀ ਨਹੀਂ ਕਰਦੇ,
ਉਹ ਕੇਵਲ ਆਪ ਹੀ ਨਹੀਂ ਕਰਦੇ, ਸਗੋਂ ਕਰਨ ਵਾਲਿਆਂ ਤੋਂ ਵੀ ਖੁਸ਼ ਹੁੰਦੇ ਹਨ। ਸਗੋਂ ਕਰਨ ਵਾਲਿਆਂ ਤੋਂ ਵੀ ਖੁਸ਼ ਹੁੰਦੇ ਨੇ। ਤੋ ਕਈ ਵਾਰ ਅਸੀਂ ਇਹੋ ਜਿਹੇ ਪਾਪ ਕਰਦੇ ਹਾਂ, ਇਹੋ ਜਿਹੇ ਗੁਨਾਹ ਕਰਦੇ ਹਾਂ ਕਿ ਜਿਹਦੀ ਸਜ਼ਾ ਮੌਤ ਹੈ ਔਰ ਮਰਨ ਦੇ ਯੋਗ ਅਸੀਂ ਪਾਪ ਕਰਦੇ ਹਾਂ। ਜਦੋਂ ਅਸੀਂ ਰੋਮੀਆਂ ਦੀ ਪੱਤਰੀ ਉਹਦਾ 1 ਅਧਿਆਇ ਉਹਦੀ 28 ਆਇਤ ਨੂੰ ਪੜ੍ਹਦੇ ਹਾਂ ਤਾਂ ਉਸ ਜਗ੍ਹਾ ਤੇ ਲਿਖਿਆ, ਜਿਵੇਂ ਪਰਮੇਸ਼ਰ ਨੂੰ ਆਪਣੀ ਪਛਾਣ ਵਿੱਚ ਰੱਖਣਾ ਉਹਨਾਂ ਨੂੰ ਚੰਗਾ ਨਾ ਲੱਗਾ, ਉਵੇਂ ਪਰਮੇਸ਼ਰ ਨੇ ਉਹਨਾਂ ਨੂੰ ਮੰਦੀ ਬੁੱਧ ਦੇ ਵਸ ਕਰ ਦਿੱਤਾ। ਭਈ ਉਹ ਨਖਿੱਧ ਕੰਮ ਕਰਨ, ਉਹ ਹਰ ਪ੍ਰਕਾਰ ਦੇ ਕੁਧਰਮ, ਬਦੀ, ਲੋਭ ਅਤੇ ਬੁਰਾਈ ਨਾਲ ਭਰੇ ਹੋਏ ਸਨ। ਖਾਰ, ਘਾਤ, ਝਗੜੇ, ਛਲ, ਬਦਨੀਤੀ ਨਾਲ ਭਰਪੂਰ ਹੋ ਗਏ। ਲਾਵੇ ਲੁਤਰੇ, ਨਿੰਦਕ, ਪਰਮੇਸ਼ਰ ਦੇ ਵੈਰੀ, ਧੱਕੇਖੋਰੇ, ਹੰਕਾਰੀ, ਸੇਖੀਬਾਜ਼, ਬਦੀਆਂ ਦੇ ਉਸਤਾਦ, ਮਾਪਿਆਂ ਦੇ ਅਣਆਗਿਆਕਾਰ, ਨਿਰਬੁੱਧ, ਨੇਮ ਤੋੜਨ ਵਾਲੇ, ਨਿਰਮੋਹ ਅਤੇ ਨਿਰਦਈ ਹੋਏ। ਜਿਹੜੇ ਲੋਕ ਇਹੋ ਜਿਹੇ ਕੰਮ ਕਰਦੇ ਨੇ ਉਹ ਲਿਖਿਆ ਮਰਨਯੋਗ ਹਨ। ਉਹ ਕੀ ਹਨ? ਮਰਨਯੋਗ ਹਨ। ਜਿਵੇਂ ਅੱਜ ਵੀ ਬਹੁਤ ਸਾਰੇ ਲੋਕਾਂ ਦੇ ਜੀਵਨ ਦੇ ਵਿੱਚ ਇਹ ਕੰਮ ਪਾਏ ਜਾਂਦੇ ਨੇ, ਜਿਵੇਂ ਕੁਧਰਮ, ਬਦੀ, ਲੋਭ, ਬੁਰਾਈ ਨਾਲ ਭਰੇ ਹੋਏ ਹਨ। ਖਾਰ ਪਾਈ ਜਾਂਦੀ ਆ, ਘਾਤ ਹਨ, ਝਗੜੇ ਪਾਏ ਜਾਂਦੇ ਨੇ, ਛਲ, ਬਦਨੀਤੀ ਨਾਲ ਭਰਪੂਰ ਹਨ ਲੋਕ, ਲਾਵੇ ਲੁਤਰੇ ਨੇ, ਨਿੰਦਕ, ਪਰਮੇਸ਼ਰ ਦੇ ਵੈਰੀ ਨੇ, ਧੱਕੇਖੋਰੇ ਨੇ, ਹੰਕਾਰੀ ਨੇ, ਸੇਖੀਬਾਜ਼ ਨੇ, ਬਦੀਆਂ ਦੇ ਉਸਤਾਦ ਨੇ, ਮਾਪਿਆਂ ਦੇ ਅਣਆਗਿਆਕਾਰ ਨੇ, ਨਿਰਬੁੱਧ, ਨੇਮ ਤੋੜਨ ਵਾਲੇ, ਨਿਰਮੋਹ, ਨਿਰਦਈ। ਇਹੋ ਜਿਹੇ ਜੋ ਇਨਸਾਨ ਕੰਮ ਕਰਦਾ ਵਾ ਉਹ ਮਰਨ ਦੇ ਜੋ ਕੰਮ ਕਰਦਾ। ਜੇਕਰ ਇਹ ਕੰਮ ਸਾਡੇ ਜੀਵਨ ਵਿੱਚ ਹੈ, ਜੇਕਰ ਇਹ ਕੰਮ ਅਸੀਂ ਕਰਾਂਗੇ ਤਾਂ ਇਹਦੀ ਸਜ਼ਾ ਜਿਹੜੀ ਹੈ ਉਹ ਮੌਤ ਹੀ ਹੈ। ਤਾਂ ਅਸੀਂ ਮਰਨਯੋਗ ਅਸੀਂ ਕੰਮ ਕਰਾਂਗੇ। ਇਸ ਕਰਕੇ ਸਾਨੂੰ ਇਹਨਾਂ ਬੁਰੇ ਕੰਮਾਂ ਨੂੰ ਛੱਡਣਾ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਮੌਤ ਤੋਂ ਬਚੀਏ ਤੇ ਹਮੇਸ਼ਾ ਤੱਕ ਪ੍ਰਭੂ ਯਿਸੂ ਦੇ ਵਿੱਚ ਜੀਂਦੇ ਰਹੀਏ, ਤਾਂ ਸਾਨੂੰ ਇਹ ਸਾਰੇ ਪਾਪ ਅਤੇ ਸਾਰੇ ਗੁਨਾਹ ਜੋ ਅਸੀਂ ਸਾਰੇ ਬੁਰੇ ਕੰਮ ਕਰਦੇ ਹਾਂ, ਇਹਨਾਂ ਸਾਰੇ ਬੁਰੇ ਕੰਮਾਂ ਨੂੰ ਛੱਡਣ ਦੀ ਕੀ ਆ ਜ਼ਰੂਰਤ ਹੈ। ਰੋਮੀਆਂ 5 ਉਹਦੀ ਬਾਤ ਲਿਖਿਆ ਹੈ, ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਤੇ ਪਾਪ ਤੋਂ ਕੀ ਆਈ ਆ? ਮੌਤ ਆਈ ਆ। ਤੇ ਮੌਤ ਜਿਹੜੀ ਹੈ ਉਹ ਸਾਰੇ ਮਨੁੱਖਾਂ ਦੇ ਵਿੱਚ ਫੈਲ ਗਈ ਹੈ। ਤੋ ਜਦੋਂ ਅਸੀਂ ਗਲਾਤੀਆਂ 6 ਉਹਦੀ 7 ਅਤੇ 8 ਪੜ੍ਹਦੇ ਹਾਂ ਤਾਂ ਲਿਖਿਆ, ਜੋ ਇਨਸਾਨ ਬੀਜਦਾ ਹੈ ਉਹੀ ਵੱਢੇਗਾ ਵੀ। ਜੇ ਅਸੀਂ ਜੀਵਨ ਦੇ ਲਈ ਬੀਜਦੇ ਹਾਂ, ਜੇ ਅਸੀਂ ਚੰਗਾ ਬੀਜਦੇ ਹਾਂ ਤੇ ਸਾਨੂੰ ਜੀਵਨ ਮਿਲੇਗਾ। ਜੇ ਅਸੀਂ ਬੁਰਾ ਬੀਜਦੇ ਹਾਂ ਤਾਂ ਸਾਨੂੰ ਸਜ਼ਾ ਮਿਲੇਗੀ। ਉਹ ਸਜ਼ਾ ਇਹ ਹੈ ਕਿ ਪਾਪ ਦੇ ਕਰਕੇ ਉਹ ਸਜ਼ਾ ਜਿਹੜੀ ਆ ਸਾਨੂੰ ਮਿਲੇਗੀ। ਇਸ ਕਰਕੇ ਸਾਨੂੰ ਚੰਗੇ ਤੇ ਨੇਕੀ ਦੇ ਕੰਮ ਕਰਨੇ ਚਾਹੀਦੇ ਆ ਔਰ ਪਰਮੇਸ਼ਰ ਦੇ ਵਚਨਾਂ ਨੂੰ ਸਮਝਣ ਦੇ ਵਾਸਤੇ ਸਾਨੂੰ ਉਹਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇੱਕ ਹੋਰ ਅਸੀਂ ਖੁਦਾ ਦੇ ਪਾਕ ਕਲਾਮ ਪੜ੍ਹ ਕੇ ਫਿਰ ਅਸੀਂ ਦੁਆ ਕਰਾਂਗੇ। ਪਹਿਲਾ 2 ਸ਼ਮੂਏਲ 24 ਉਹਦੀ 17 ਆਇਤ ਨੂੰ ਅਸੀਂ ਪੜ੍ਹਾਂਗੇ ਖੁਦਾ ਦੇ ਪਾਕ ਕਲਾਮ ਚੋਂ। 2 ਸ਼ਮੂਏਲ 24 ਅਧਿਆਇ ਔਰ ਉਹਦੀ 17 ਆਇਤ ਨੂੰ ਅਸੀਂ ਪੜ੍ਹਾਂਗੇ। 2 ਸ਼ਮੂਏਲ 24 ਅਧਿਆਇ ਉਹਦੀ 17 ਆਇਤ ਅਸੀਂ ਪੜ੍ਹਾਂਗੇ ਖੁਦਾ ਦੇ ਪਾਕ ਕਲਾਮ ਚ। ਅਤੇ ਜਦ ਦਾਊਦ ਨੇ ਉਸ ਲੋਕਾਂ ਦੇ ਮਰਨ ਵਾਲੇ ਦੂਤ ਨੂੰ ਵੇਖਿਆ, ਲਿਖਿਆ ਜਦੋਂ ਦਾਊਦ ਨੇ ਉਸ ਮਾਰਨ ਵਾਲੇ ਦੂਤ ਨੂੰ ਵੇਖਿਆ ਤਾਂ ਯਹੋਵਾ ਨੂੰ ਆਖਿਆ, ਤੇ ਯਹੋਵਾ ਨੂੰ ਆਖਿਆ, ਵੇਖ ਪਾਪ ਤਾਂ ਮੈਂ ਕੀਤਾ, ਕਹਿੰਦਾ ਪਾਪ ਤੇ ਮੈਂ ਕੀਤਾ ਹੈ ਅਤੇ ਬੁਰਾਈ ਵੀ ਮੇਰੇ ਕੋਲੋਂ ਹੋਈ, ਤੇ ਜਿਹੜੀ ਬੁਰਾਈ ਹੈ ਉਹ ਵੀ ਮੇਰੇ ਕੋਲ ਹੋਈ ਆ। ਪਰ ਇਹਨਾਂ ਭੇਡਾਂ ਦਾ ਕੀ ਦੋਸ਼?
ਪਰ ਇਹਨਾਂ ਭੇਡਾਂ ਦਾ ਕੀ ਦੋਸ਼ ਹੈ? ਸੋ ਮੇਰੇ ਪਿਤਾ ਦੇ ਘਰਾਣੇ ਉੱਤੇ ਆਪਣਾ ਹੱਥ ਚਲਾ। ਔਰ ਮੈਂ ਪਾਪ ਕੀਤਾ ਹੈ, ਇਹਦੀ ਸਜ਼ਾ ਮੈਨੂੰ ਮਿਲਣੀ ਚਾਹੀਦੀ ਆ। ਇਹਨਾਂ ਭੇਡਾਂ ਦਾ ਕੀ ਦੋਸ਼ ਆ ਜਿਨ੍ਹਾਂ ਨੂੰ ਤੂੰ ਮਾਰ ਦਿੱਤਾ ਹੈ? ਜੇ ਮੈਂ ਪਾਪ ਕੀਤਾ ਹੈ, ਮੇਰੇ ਪਾਪ ਦੀ ਸਜ਼ਾ ਮੈਨੂੰ ਦੇ। ਜੇ ਮੇਰੇ ਘਰਾਣੇ ਨੇ ਪਾਪ ਕੀਤਾ ਹੈ, ਉਹਦੀ ਸਜ਼ਾ ਮੇਰੇ ਘਰਾਣੇ ਨੂੰ ਦੇ। ਇਹ ਭੇਡਾਂ, ਇਹ ਜੋ 70,000 ਲੋਕ ਮਰ ਗਏ ਨੇ, ਇਹਨਾਂ ਨੇ ਕੀ ਪਾਪ ਕੀਤਾ ਹੈ? ਇਹਨਾਂ ਨੇ ਕੀ ਗੁਨਾਹ ਕੀਤਾ ਵਾ? ਤੋ ਦੋ ਜਿਹੜਾ ਵਾ ਉਹ ਪ੍ਰਭੂ ਦੇ ਅੱਗੇ ਇਹ ਫਰਿਆਦ ਕਰ ਰਿਹਾ ਹੈ। ਤੋ ਇਸ ਦਾ ਉੱਤੇ ਜਦੋਂ ਅਸੀਂ ਪੂਰੀ ਡਿਟੇਲ ਨਾਲ ਪੜ੍ਹਦੇ ਹਾਂ ਤੋ ਪਰਮੇਸ਼ਵਰ ਨੇ ਦਾਊਦ ਨੂੰ ਆਖਿਆ ਸੀ ਤੂੰ ਆਪਣੇ ਲੋਕਾਂ ਦੀ ਗਿਣਤੀ ਨਹੀਂ ਕਰਨੀ, ਉਹਨਾਂ ਦੀ ਗਿਣਤੀ ਨਹੀਂ ਕਰਨੀ। ਤੋ ਲਿਖਿਆ ਹੈ ਕਿ ਦਾਊਦ ਨੇ ਉਹਨਾਂ ਲੋਕਾਂ ਦੀ ਗਿਣਤੀ ਕੀਤੀ ਔਰ ਉਸਨੇ ਆਪਣੇ ਜੋ ਇੱਕ ਭਰਾ ਨੂੰ ਭੇਜ ਕੇ ਉਹਨਾਂ ਇਸਰਾਇਲ ਦੇ तमाम ਲੋਕਾਂ ਦੀ ਗਿਣਤੀ ਕੀਤੀ। ਉਹਨੇ ਸਾਰੇ ਯਹੂਦਾ ਦੇ, ਸਾਰੇ ਇਸਰਾਇਲ ਦੇ तमाम ਲੋਕਾਂ ਦੀ ਜਦੋਂ ਗਿਣਤੀ ਕੀਤੀ ਤੇ ਪਰਮੇਸ਼ਰ ਦਾ ਕ੍ਰੋਧ ਜਿਹੜਾ ਵਾ ਉਹਨਾਂ ਲੋਕਾਂ ਉੱਤੇ ਪੜ ਗਿਆ ਤੇ ਖੁਦਾ ਨੇ ਦਾਊਦ ਨੂੰ ਕਹਿੰਦਾ ਵਾ ਵੀ ਤੂੰ ਮੇਰੇ ਖਿਲਾਫ ਕੰਮ ਕੀਤਾ ਵਾ, ਤੈਨੂੰ ਮੈਂ ਆਖਿਆ ਸੀ ਤੂੰ ਗਿਣਤੀ ਨਾ ਕਰ, ਪਰ ਇਹ ਗਿਣਤੀ ਤੂੰ ਕੀਤੀ ਹੈ। ਹੁਣ ਤੂੰ ਇਸ ਸਜ਼ਾ ਤੋਂ ਨਹੀਂ ਬਚੇਗਾ। ਇਸ ਕੀਤੇ ਹੋਏ ਪਾਪ ਦੀ ਜਿਹੜੀ ਸਜ਼ਾ ਵਾ ਉਹ ਤੈਨੂੰ ਜ਼ਰੂਰ ਮਿਲੇਗੀ। ਕਹਿੰਦਾ ਕਿ ਮੈਂ ਤੇਰੇ ਸਾਹਮਣੇ 3 ਪ੍ਰਕਾਰ ਦੀਆਂ ਸਜ਼ਾਵਾਂ ਰੱਖਦਾ ਵਾਂ। ਇਹਨਾਂ 3 ਪ੍ਰਕਾਰ ਦੀਆਂ ਸਜ਼ਾਵਾਂ ਦੇ ਵਿੱਚੋਂ ਤੂੰ ਚੁਣਨਾ ਵਾ ਕਿ ਤੂੰ ਕਿਹੜੀ ਸਜ਼ਾ ਚੁਣਨਾ ਵਾ। ਪਹਿਲੀ ਇਹ ਸਜ਼ਾ ਹੈ ਕਿ ਮੈਂ ਤੇਰੇ ਦੇਸ਼ ਵਿੱਚ 7 ਵਰਿਆਂ ਦਾ ਅੰਨ ਕਾਲ ਪਾਵਾਂ, ਜਾਂ 3 ਮਹੀਨਿਆਂ ਤੋੜੀ ਤੂੰ ਆਪਣੇ ਵੈਰੀਆਂ ਅੱਗੇ ਭੱਜੇਗਾ, ਜਾਂ 3 ਦਿਨਾਂ ਤੋੜੀ ਮਰੀ ਮੈਂ ਇਹਨਾਂ ਲੋਕਾਂ ਦੇ ਕਲਾਂ। ਤਾਂ ਦਾਊਦ ਨੇ ਆਖਿਆ ਕਿ ਮੈਂ ਉਹਨਾਂ ਤਿੰਨਾਂ ਜਿਹੜੀ ਮਰੀ ਹੈ ਉਹਨੂੰ ਸਵੀਕਾਰ ਕੀਤਾ। ਤਾਂ ਉਸ ਮਰੀ ਦੇ ਵਿੱਚ ਜੋ ਸਮਾਂ ਠਹਿਰਾਇਆ ਸੀ, ਉਸ ਠਹਿਰਾਏ ਹੋਏ ਸਮੇਂ ਦੇ ਮੁਤਾਬਕ 70,000 ਲੋਕ ਜਿਹੜੇ ਨੇ ਦੂਤ ਇੱਕ ਆਇਆ ਔਰ ਉਹਨੇ 70,000 ਲੋਕਾਂ ਨੂੰ ਮਾਰ ਦਿੱਤਾ। ਤੋ ਖੁਦਾ ਦਾ ਦਾਸ ਦਾਊਦ ਜਦੋਂ ਦੇਖਿਆ ਕਿ 70,000 ਲੋਕ ਮਰ ਗਏ ਨੇ, ਤੋ ਦਾਊਦ ਕਹਿੰਦਾ हे ਪ੍ਰਭੂ, ਪਾਪ ਤੇ ਮੈਂ ਕੀਤਾ ਵਾ ਤੇ ਬੁਰਾਈ ਵੀ ਮੈਂ ਕੀਤੀ ਆ, ਇਹਦੀ ਸਜ਼ਾ ਤੇ ਮੈਨੂੰ ਮਿਲਣੀ ਚਾਹੀਦੀ ਸੀ, ਪਰ ਇਹ ਸਜ਼ਾ ਇਹਨਾਂ ਲੋਕਾਂ ਨੂੰ ਕਿਉਂ ਦਿੱਤੀ ਹੈ? ਉਹਦੇ ਕਹਿਣ ਦਾ ਮਤਲਬ ਇਹ ਸੀ ਕਿ ਜੇ ਮੈਂ ਪਾਪ ਕੀਤਾ ਹੈ ਤੇ ਪਾਪ ਦੀ ਸਜ਼ਾ ਮੈਨੂੰ ਮਿਲਣੀ ਚਾਹੀਦੀ ਹੈ। ਜੇ ਮੈਂ ਬੁਰਾਈ ਕੀਤੀ ਹੈ ਤੇ ਮੇਰੀ ਬੁਰਾਈ ਦੀ ਸਜ਼ਾ ਮੈਨੂੰ ਮਿਲਣੀ ਚਾਹੀਦੀ ਹੈ। ਇਹਨਾਂ ਲੋਕਾਂ ਨੂੰ ਕਿਉਂ ਇਹ ਸਜ਼ਾ ਦਿੱਤੀ ਹੈ? ਤੋ ਇਸ ਕਰਕੇ ਲਿਖਿਆ ਜਿਹੜੀ ਜਾਨ ਪਾਪ ਕਰਦੀ ਹੈ ਉਹ ਮਰੇਗੀ, ਜਿਹੜੀ ਜਾਨ ਪਾਪ ਕਰਦੀ ਹੈ ਉਹ ਮਰੇਗੀ। ਇਸ ਕਰਕੇ ਸਾਨੂੰ ਇਹਨਾਂ ਵਚਨਾਂ ਨੂੰ ਸਮਝਣ ਦੀ ਜ਼ਰੂਰਤ ਹੈ। ਪਰਮੇਸ਼ਰ ਜਿਹੜੇ ਧਰਮੀ ਲੋਕ ਹੁੰਦੇ ਨੇ, ਪਰਮੇਸ਼ਰ ਉਹਨਾਂ ਉੱਤੇ ਰਹਿਮ ਕਰਦਾ ਵਾ, ਉਹਨਾਂ ਉੱਤੇ ਦਇਆ ਕਰਦਾ ਵਾ। ਜਦੋਂ ਅਸੀਂ ਜ਼ਬੂਰ 11 ਉਹਦੀ 4 ਨੂੰ ਪੜ੍ਹਦੇ ਹਾਂ ਤੇ ਲਿਖਿਆ ਉਹਦੀਆਂ ਅੱਖੀਆਂ ਤੱਕਦੀਆਂ ਹਨ ਤੇ ਉਹਦੀਆਂ ਪਲਕਾਂ ਆਦਮੀ ਦੀ ਸੰਤਾਨ ਉੱਤੇ ਲੱਗੀਆਂ ਰਹਿੰਦੀਆਂ ਹਨ। ਉਹ ਧਰਮੀ ਨੂੰ ਦੇਖਦੀਆਂ ਨੇ ਤੇ ਉਹ ਪਾਪੀ ਨੂੰ ਵੀ ਦੇਖਦੀਆਂ ਨੇ। ਤੇ ਜਿਹੜਾ ਧਰਮ ਕਰਦਾ ਵਾ ਉਹਦਾ ਪ੍ਰਤੀਫਲ ਉਹਨੂੰ ਖੁਦਾ ਦਿੰਦਾ, ਤੇ ਜਿਹੜਾ ਪਾਪ ਕਰਦਾ ਹੈ ਉਹਦੀ ਸਜ਼ਾ ਵੀ ਖੁਦਾ ਉਹਨੂੰ ਦਿੰਦਾ ਹੈ। ਜ਼ਬੂਰ 11 ਉਹਦੀ 7 ਲਿਖਿਆ ਯਹੋਵਾ ਧਰਮੀ ਹੈ, ਉਹ ਧਰਮ ਨਾਲ ਪ੍ਰੀਤ ਰੱਖਦਾ ਵਾ। ਯਹੋਵਾ ਧਰਮੀ ਹੈ ਤੇ ਉਹ ਧਰਮ ਨਾਲ ਕੀ ਰੱਖਦਾ ਜੀ? ਪ੍ਰੀਤ ਰੱਖਦਾ ਵਾ। ਤੇ ਜੇ ਧਰਮੀ ਉੱਤੇ ਮੁਸੀਬਤਾਂ ਆਉਂਦੀਆਂ ਨੇ, ਪਰੇਸ਼ਾਨੀਆਂ ਆਉਂਦੀਆਂ ਨੇ, ਤਾਂ ਇਹਨਾਂ ਸਾਰੀਆਂ ਪਰੇਸ਼ਾਨੀਆਂ ਤੋਂ ਪਰਮੇਸ਼ਵਰ ਆਪਣੇ ਲੋਕਾਂ ਨੂੰ ਬਚਾ ਕੇ ਵੀ ਰੱਖਦਾ ਹੈ। ਦੂਸਰਾ ਪਤਰਸ ਉਹਦਾ 2 ਅਧਿਆਏ ਉਹਦੀ 9 ਐਤ ਨੂੰ ਜੋ ਅਸੀਂ ਪੜ੍ਹਦੇ ਹਾਂ ਤਾਂ ਇਹਨਾਂ ਵਚਨ 'ਚ ਲਿਖਿਆ ਹੈ, ਤਾਂ ਪ੍ਰਭੂ ਆਪਣੇ ਭਗਤਾਂ ਨੂੰ
ਪਰਤਾਵੇ ਵਿੱਚੋਂ ਕੱਢਣਾ ਤੇ ਇੱਕ ਧਰਮੀ ਨੂੰ ਨਿਉਂ ਦੇ ਦਿਨ ਤੱਕ ਸਜ਼ਾ ਹੇਠ ਰੱਖਣਾ ਕੀ ਜਾਣਦਾ ਹੈ। ਉਹ ਆਪਣੇ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਜਾਣਦਾ ਹੈ ਤੇ ਜਿਹੜਾ ਕੁਧਰਮੀ ਹੈ ਉਹਨੂੰ ਸਜ਼ਾ ਦੇਣੀ ਵੀ ਜਾਣਦਾ ਹੈ। ਅੱਜ ਸੰਸਾਰ ਦੇ ਵਿੱਚ ਦੇਖਿਆ ਜਾਵੇ ਤਾਂ ਜਿਹੜੇ ਧਰਮੀ ਲੋਕ ਨੇ ਜ਼ਿਆਦਾਤਰ ਉਹ ਨਿਰਾਸ਼ ਹੁੰਦੇ ਨੇ, ਪਰੇਸ਼ਾਨ ਹੁੰਦੇ ਨੇ, ਉਹਨਾਂ ਦੇ ਬਹੁਤ ਸਾਰੇ ਪਰਤਾਵੇ ਆਉਂਦੇ ਨੇ, ਬਹੁਤ ਸਾਰੀਆਂ ਅਜਮੈਸਾਂ ਆਉਂਦੀਆਂ ਨੇ, ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਵਾ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਜੇਕਰ ਅੱਜ ਤੁਸੀਂ ਇਹਨਾਂ ਪਰਤਾਵਿਆਂ ਨੂੰ, ਇਹਨਾਂ ਅਜਮੈਸਾਂ ਨੂੰ ਸਹਿ ਰਹੇ ਹੋ ਤੇ ਇੱਕ ਸਮਾਂ ਆਵੇਗਾ ਪਰਮੇਸ਼ਰ ਤੁਹਾਨੂੰ ਇਹਨਾਂ ਸਾਰਿਆਂ ਪਰਤਾਵਾਂ ਤੋਂ ਬਚਾ ਕੇ ਰੱਖੇਗਾ, ਇਹਨਾਂ ਸਾਰੇ ਦੁੱਖਾਂ ਤੋਂ ਆਜ਼ਾਦ ਕਰ ਦੇਵੇਗਾ। ਕਈ ਵਾਰ ਜਿਹੜੇ ਕਿ ਧਰਮੀ ਲੋਕ ਹੁੰਦੇ ਨੇ, ਦੇਖਦੇ ਆ ਕਿ ਧਰਮੀ ਜਿਹੜੇ ਲੋਕ ਨੇ ਉਹ ਦਿਨ ਪ੍ਰਤੀ ਦਿਨ ਵੱਧਦੇ ਨੇ, ਫੈਲਦੇ ਨੇ, ਜਾਂ ਕਈ ਵਾਰ ਸਾਨੂੰ ਇਦਾਂ ਲੱਗਦਾ ਕਿ ਪ੍ਰਭੂ ਇਹਨਾਂ ਨੂੰ ਉਧਾਰਿਆ ਵਾ ਜਾਂ ਇਹਨਾਂ ਨੂੰ ਸਜ਼ਾ ਕਿਉਂ ਨਹੀਂ ਦੇ ਰਿਹਾ। ਤਾਂ ਇੱਕ ਸਮਾਂ ਆਵੇਗਾ ਕਿ ਪਰਮੇਸ਼ਵਰ ਇਹਨਾਂ ਧਰਮੀ ਲੋਕਾਂ ਨੂੰ ਵੀ ਨਿਉਂ ਦੇ ਦਿਨ ਤੱਕ ਸਜ਼ਾ ਦੇ ਹੇਠ ਰੱਖਣਾ ਹੋ ਜਾਂਦਾ ਹੈ। ਇਸ ਕਰਕੇ ਮੈਂ ਤੁਹਾਨੂੰ ਇਹ ਸਮਝਾਇਆ ਵਾ ਕਿ ਜਿਹੜੀ ਜਾਨ ਪਾਪ ਕਰਦੀ ਹੈ ਉਹੀ ਜਾਨ ਮਰੇਗੀ। ਤੋ ਪਿਓਾਂ ਦੇ ਬਦਲੇ ਬੱਚੇ ਜਾਂ ਬੱਚਿਆਂ ਦੇ ਬਦਲੇ ਪਿਓਾਂ ਨੂੰ ਸਜ਼ਾ ਨਹੀਂ ਮਿਲੇਗੀ। ਜੇ ਪਿਓ ਬਦੀ ਕਰਨਗੇ ਉਹਦੀ ਸਜ਼ਾ ਉਹਨੂੰ, ਜੇ ਬੱਚੇ ਬਦੀ ਕਰਨਗੇ ਤੇ ਉਹਦੀ ਸਜ਼ਾ ਉਹਨੂੰ ਮਿਲੇਗੀ। ਜੇ ਅਸੀਂ ਸਾਰੇ ਧਰਮ ਕਰਾਂਗੇ, ਧਰਮ ਦੇ ਕੰਮ ਕਰਾਂਗੇ ਤਾਂ ਉਹਦਾ ਪ੍ਰਤੀਫਲ ਪਰਮੇਸ਼ਰ ਸਾਨੂੰ ਇਹ ਦੇਵੇਗਾ ਕਿ ਖੁਦਾ ਸਾਨੂੰ ਸਵਰਗ ਵਿੱਚ ਸਥਾਨ ਦੇਵੇਗਾ। ਅੱਖਾਂ ਬੰਦ ਕਰਾਂਗੇ, ਛੋਟੀ ਪ੍ਰਾਰਥਨਾ ਕਰਾਂਗੇ। ਜ਼ਮੀਨ ਤੇ ਸਮਾਨ ਦੇ ਮਾਲਕ, ਧਰਤੀ ਆਕਾਸ਼ ਨੂੰ ਬਣਾਉਣ ਵਾਲੇ ਖੁਦਾ ਪ੍ਰਭੂ ਯਿਸੂ ਮਸੀਹ, ਅਸੀਂ ਤੁਹਾਡੇ ਨਾਮ ਦੀ ਤਾਰੀਫ ਕਰਦੇ ਹਾਂ, ਧੰਨਵਾਦ ਕਰਦੇ ਹਾਂ ਅੱਜ ਦੇ ਪਾਕ ਕਲਾਮ ਦੇ ਲਈ, ਅੱਜ ਦੇ ਪਵਿੱਤਰ ਵਚਨਾਂ ਦੇ ਲਈ ਜੋ ਤੂੰ ਆਪਣੇ ਸੇਵਕ ਨੂੰ ਇਹ ਵਚਨ ਦਿੱਤੇ ਨੇ। ਔਰ ਜਿੰਨੇ ਵੀ ਲੋਕ ਤੇਰੇ ਵਚਨ ਸੁਣ, ਤੇਰੇ ਵਚਨਾਂ ਦੇ ਮੁਤਾਬਕ ਚੱਲਣ ਵਾਲੇ ਹੋ ਜਾਣ ਔਰ ਆਪਣੇ ਲੋਕਾਂ ਨੂੰ ਇਹਨਾਂ ਵਚਨਾਂ ਨੂੰ ਸਮਝਣ ਵਾਸਤੇ ਇਹਨਾਂ ਦੀ ਅਗਵਾਈ ਕਰੋ। ਤੇਰੀ ਕਿਰਪਾ, ਤੇਰਾ ਫਜ਼ਲ ਤੇਰੇ ਲੋਕਾਂ ਦੇ ਹੋਵੇ। ਧੰਨਵਾਦ, ਤੂੰ ਆਪਣੇ ਦਾਸ ਦੀ ਅਗਵਾਈ ਕੀਤੀ, ਤੁਹਾਡੀ ਤਾਰੀਫ ਕਰਦੇ ਹਾਂ ਔਰ ਬਾਕੀ ਸਾਰੇ ਸਮੇਂ ਨੂੰ ਆਪਣੇ ਹੱਥ 'ਚ ਲਓ। ਇਹਨਾਂ ਬੁਰੇ ਦਿਨਾਂ ਵਿੱਚ ਆਪਣੇ ਲੋਕਾਂ ਦੀ ਅਗਵਾਈ ਕਰੋ, ਆਪਣੇ ਲੋਕਾਂ ਦੀ ਸਹਾਇਤਾ ਕਰੋ। ਧੰਨਵਾਦ, ਸਾਡੀ ਪ੍ਰਾਰਥਨਾ ਨੂੰ ਸੁਣਿਆ, ਕਬੂਲ ਕੀਤਾ। ਇਹ ਦੁਆ ਸਾਡੇ ਖੁਦਾਵੰਦ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਅਤੇ ਸਮਰਥੀ ਨਾਮ 'ਚ ਮੰਗਦੇ ਹਾਂ। ਆਮੀਨ, ਆਮੀਨ।